Hello learners, our subject is Pedagogy of Science Education, and today we are going to discuss a topic that is from Unit 1. The name of the topic is Why We Teach Science, ਅਸੀਂ ਵਿਗਿਆਨ ਕਿਉਂ ਪੜ੍ਹਾਉਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜਾਣ ਪਛਾਣ। ਵਿਗਿਆਨ ਪੜ੍ਹਾਉਣ ਦਾ ਅਸਲ ਮੰਤਵ ਵਿਦਿਆਰਥੀਆਂ ਦੀ ਸੋਚ ਨੂੰ ਤਾਰਕਿਕ ਬਣਾਉਣਾ ਹੁੰਦਾ ਹੈ। ਭਾਵ ਉਹ ਕਿਸੇ ਵੀ ਵਹਿਮ ਭਰਮ ਰੀਤੀ ਰਿਵਾਜ ਉੱਪਰ ਬਿਨਾਂ ਜਾਂਚੇ ਯਕੀਨ ਨਾ ਕਰਨ। ਵਿਗਿਆਨ ਨੇ ਮਨੁੱਖ ਦਾ ਰਹਿਣ ਸਹਿਣ ਖਾਣਾ ਪੀਣਾ ਆਦਿ ਸਭ ਕਾਰਜਾਂ ਵਿੱਚ ਸਿੱਧੇ ਜਾਂ ਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਉਦਾਹਰਣ ਵਜੋਂ ਮਨੁੱਖ ਦੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਸ ਕਿਸਮ ਦਾ ਭੋਜਨ ਖਾਣਾ ਚਾਹੀਦਾ ਹੈ, ਭੋਜਨ ਵਿੱਚ ਕਿਹੜੇ ਕਿਹੜੇ ਜ਼ਰੂਰੀ ਤੱਤ ਹੋਣੇ ਚਾਹੀਦੇ ਹਨ ਅਤੇ ਸੰਤੁਲਿਤ ਖੁਰਾਕ ਦਾ ਸਾਡੇ ਸਰੀਰ ਉੱਪਰ ਕੀ ਪ੍ਰਭਾਵ ਪੈਂਦਾ ਹੈ, ਇਸ ਦੇ ਤੱਥਾਂ ਬਾਰੇ ਵਿਗਿਆਨ ਵਿੱਚ ਸ਼ਾਮਿਲ ਹੈ। ਸੋ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਵਿਗਿਆਨ ਦਾ ਸਾਡਾ ਰੋਜ਼ਾਨਾ ਜ਼ਿੰਦਗੀ ਵਿੱਚ ਅਹਿਮ ਰੋਲ ਹੈ। ਵਿਗਿਆਨ ਹਰੇਕ ਵਿਅਕਤੀ ਦੀ ਸੋਚ ਨੂੰ ਪ੍ਰੈਕਟੀਕਲ ਰੂਪ ਦੇਣ ਵਿੱਚ ਸਹਾਈ ਹੁੰਦਾ ਹੈ। ਵਿਗਿਆਨ ਵਿੱਚ ਪੇਸ਼ ਕੀਤੀਆਂ ਥਿਊਰੀਆਂ ਅਤੇ ਨਿਯਮ ਵੱਖ-ਵੱਖ ਪ੍ਰਯੋਗਾਂ ਅਨੁਭਵਾਂ ਦਾ ਨਤੀਜਾ ਹੁੰਦੇ ਹਨ ਅਤੇ ਵਿਗਿਆਨ ਵਿੱਚ ਇਹ ਸਿਧਾਂਤ ਮਨੁੱਖ ਦੀ ਰੋਜ਼ਾਨਾ ਜ਼ਿੰਦਗੀ ਦੀ ਵੱਡੀ ਗਿਣਤੀ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਵਿਗਿਆਨ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਵਿਗਿਆਨ ਦੇ ਗਿਆਨ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਮਨੁੱਖ ਦੇ ਆਸ-ਪਾਸ ਕੁਦਰਤੀ ਸੰਸਾਰ ਮੌਜੂਦ ਹੈ, ਜਿਸ ਵਿੱਚ ਹਰ ਸਮੇਂ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਜੋ ਕਿ ਮਨੁੱਖ ਦੀ ਸਮਝ ਤੋਂ ਬਾਹਰ ਹੁੰਦੀ ਹੈ। ਉਦਾਹਰਣ ਵਜੋਂ ਜਿਵੇਂ ਸਤਰੰਗੀ ਪੀਂਘ ਦਾ ਬਣਨਾ, ਬਾਰਿਸ਼ ਦਾ ਹੋਣਾ, ਇਹ ਅਜਿਹੀਆਂ ਕਿਰਿਆਵਾਂ ਹਨ ਜਿਸ ਦਾ ਗਿਆਨ ਸਿਰਫ ਵਿਗਿਆਨ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸੋ ਇਸ ਤੋਂ ਇਲਾਵਾ ਵਿਗਿਆਨ ਹਰ ਕਿਸਮ ਦੀ ਕਿਰਿਆ ਨੂੰ ਤਰਕ ਦੇ ਆਧਾਰ 'ਤੇ ਸਮਝਣ ਲਈ ਮਨੁੱਖ ਵਿੱਚ ਉਤੇਜਨਾ ਪੈਦਾ ਕਰਨ ਵਿੱਚ ਸਹਾਈ ਹੁੰਦਾ ਹੈ। ਸੋ ਇਹ ਸੀ ਜਾਣ ਪਛਾਣ। ਹੁਣ ਆਪਾਂ ਕਰਾਂਗੇ ਕਿ ਆਪਾਂ ਵਿਗਿਆਨ ਕਿਉਂ ਪੜ੍ਹਾਉਂਦੇ ਹਾਂ ਜਾਂ ਕਿਉਂ ਪੜ੍ਹਦੇ ਹਾਂ, ਉਹਦੇ ਕੀ ਉਦੇਸ਼ ਆ। ਸਭ ਤੋਂ ਪਹਿਲਾਂ ਕਿਉਂ ਦਾ ਜਵਾਬ, ਆਨਸਰ ਟੂ ਵਾਈ। ਫਸਟ ਪੁਆਇੰਟ ਆ ਆਨਸਰ ਟੂ ਵਾਈ, ਕਿਉਂ ਦਾ ਜਵਾਬ। ਜਦੋਂ ਕੋਈ ਵੀ ਮਨੁੱਖ ਨਵੀਂ ਸਥਿਤੀ ਜਾਂ ਪ੍ਰਕਿਰਿਆ ਨੂੰ ਦੇਖਦਾ ਤਾਂ ਉਸਦੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਆ ਕਿ ਇਹ ਕਿਉਂ ਹੋਈ ਹੈ, ਇਸ ਦੇ ਪਿੱਛੇ ਕੀ ਕਾਰਨ ਹੈ। ਵਿਸ਼ੇਸ਼ ਤੌਰ 'ਤੇ ਸਾਡੇ ਬ੍ਰਹਿਮੰਡ ਵਿੱਚ ਵੱਡੀ ਗਿਣਤੀ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਵਾਪਰਦਿਆਂ ਦੇਖ ਕੇ ਮਨੁੱਖ ਦੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਇਹ ਘਟਨਾ ਕਿਉਂ ਵਾਪਰੀ। ਤਾਂ ਵਿਗਿਆਨ ਹੀ ਇੱਕ ਅਜਿਹਾ ਰਸਤਾ ਹੈ ਜੋ ਸਾਨੂੰ ਮਨੁੱਖ ਦੀ ਉਤੇਜਨਾ ਕਰਕੇ ਪੈਦਾ ਹੋਏ ਪ੍ਰਸ਼ਨਾਂ ਨੂੰ ਹੱਲ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ। ਇਸ ਲਈ ਵਿਗਿਆਨ ਦੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਸੈਕਿੰਡ ਪੁਆਇੰਟ ਆ ਮੁਸ਼ਕਿਲ ਹੱਲ ਕਰਨ ਵਾਲੇ ਹੁਨਰਾਂ ਦਾ ਵਿਕਾਸ, ਡਿਵੈਲਪਸ ਪ੍ਰੋਬਲਮ ਸੋਲਵਿੰਗ ਸਕਿੱਲਸ। ਵਿਗਿਆਨ ਵਿੱਚ ਹਰ ਕਾਰਜ ਨੂੰ ਤਰਕ ਦੇ ਆਧਾਰ 'ਤੇ ਸੋਚ ਕੇ ਅਤੇ ਤਰੀਕੇ ਨਾਲ ਪੂਰਾ ਕੀਤਾ ਜਾਂਦਾ ਹੈ। ਵਿਗਿਆਨ ਪੜ੍ਹਨ ਨਾਲ ਬੱਚਿਆਂ ਵਿੱਚ ਆਪਣੇ ਮੁਸ਼ਕਲਾਂ ਨੂੰ ਤੱਥਾਂ ਦੇ ਆਧਾਰ 'ਤੇ ਸੋਚ ਕੇ ਅਤੇ ਹੱਲ ਕਰਨ ਦਾ ਹੁਨਰ ਪੈਦਾ ਹੁੰਦਾ ਹੈ। ਇਸ ਲਈ ਵਿਗਿਆਨ ਦੀ ਸਿੱਖਿਆ ਬਹੁਤ ਜ਼ਰੂਰੀ ਹੈ। ਥਰਡ ਪੁਆਇੰਟ ਆ ਵਿਗਿਆਨਿਕ ਗਿਆਨ, ਸਾਇੰਟੀਫਿਕ ਨੌਲੇਜ। ਸਾਡੇ ਆਸ-ਪਾਸ ਧਰਤੀ ਉੱਪਰ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਿਵੇਂ ਵਿਗਿਆਨ ਦੀਆਂ ਬਹੁਤ ਸਾਰੀਆਂ ਕੈਟਾਗਰੀਆਂ, ਬਹੁਤ ਸਾਰੀਆਂ ਸ਼ਾਖਾਵਾਂ, ਜਿਵੇਂ ਪਿਛਲੇ ਵੀਡੀਓ ਦੇ ਵਿੱਚ ਗੱਲ ਕੀਤੀ ਸੀ, ਪੌਦਾ ਵਿਗਿਆਨ, ਜੀਵ ਵਿਗਿਆਨ, ਸਰੀਰ ਵਿਗਿਆਨ, ਜੀਵ ਵਿਗਿਆਨ, ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ। ਸੋ ਇਹਨਾਂ ਬਾਰੇ ਜਿਹੜਾ ਗਿਆਨ ਪ੍ਰਦਾਨ ਕਰਨ ਵਿੱਚ ਵਿਗਿਆਨ ਸਹਾਈ ਹੁੰਦੀ ਹੈ, ਜਿਸ ਦੇ ਨਾਲ ਅਸੀਂ ਆਪਣੇ ਆਲੇ ਦੁਆਲੇ ਨੂੰ ਸਮਝ ਸਕਦੇ ਹਾਂ। ਫੋਰਥ ਪੁਆਇੰਟ ਆ ਫॉर ਅੰਡਰਸਟੈਂਡਿੰਗ, ਸਮਝ ਵਿੱਚ ਵਾਧਾ। ਵਿਗਿਆਨ ਇੱਕ ਅਜਿਹਾ ਵਿਸ਼ਾ ਜਿਸ ਦੇ ਵਿੱਚ ਅਸੀਂ ਪ੍ਰਯੋਗ ਕਰਕੇ ਹਰ ਥਿਊਰੀ ਨੂੰ ਸਾਬਿਤ ਕਰ ਸਕਦੇ ਹਾਂ। ਜਦੋਂ ਕੋਈ ਬੱਚਾ ਪ੍ਰਯੋਗਸ਼ਾਲਾ ਵਿੱਚ ਖੁਦ ਪ੍ਰਯੋਗ ਕਰਕੇ ਵੇਖਦਾ ਹੈ ਅਤੇ ਸੰਬੰਧਿਤ ਘਟਨਾ ਨਾਲ ਪ੍ਰਯੋਗ ਬਾਰੇ ਸਮਝ ਪੈਦਾ ਹੁੰਦੀ ਹੈ। ਉਸ ਤੋਂ ਇਲਾਵਾ ਬੱਚੇ ਨੂੰ ਪ੍ਰਯੋਗ ਕਰਨ ਤੋਂ ਬਾਅਦ ਜਿਸ ਬਾਰੇ ਉਸਨੇ ਪ੍ਰਯੋਗ ਕੀਤਾ ਉਹ ਲੰਬੇ ਸਮੇਂ ਤੱਕ ਯਾਦ ਰਹਿੰਦਾ ਹੈ ਅਤੇ ਉਸਦੀ ਸਮਝ ਵਿੱਚ ਵੀ ਵਾਧਾ ਹੁੰਦਾ ਹੈ। ਉਦਾਹਰਣ ਵਜੋਂ ਜਿਵੇਂ ਗੁਬਾਰੇ ਵਿੱਚ ਹਵਾ ਭਰੀ ਜਾਂਦੀ ਹੈ ਤਾਂ ਗੁਬਾਰਾ ਫੁੱਲ ਜਾਂਦਾ ਅਤੇ ਇਸ ਦਾ ਆਕਾਰ ਵੱਡਾ ਹੋ ਜਾਂਦਾ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਹੜੀ ਹਵਾ ਉਹ ਥਾਂ ਘੇਰਦੀ ਹੈ। ਤਾਂ ਵਿਦਿਆਰਥੀ ਆਪਣੀ ਸਮਝ ਦੇ ਆਧਾਰ 'ਤੇ ਇਹ ਗੱਲ ਮੰਨ ਲੈਂਦਾ ਹੈ ਕਿਉਂਕਿ ਜਦੋਂ ਉਹ ਲੈਬੋਰਟਰੀ ਦੇ ਵਿੱਚ ਇਹ ਪ੍ਰਯੋਗ ਕਰੂਗਾ ਤਾਂ ਉਹ ਇਹ ਮੰਨੂਗਾ ਕਿ ਜਿਹੜੀ ਹਵਾ ਉਹ ਜਗ੍ਹਾ ਘੇਰਦੀ ਹੈ ਅਤੇ ਇਸ ਲਈ ਗੁਬਾਰੇ ਵਿੱਚ ਹਵਾ ਭਰਨ 'ਤੇ ਗੁਬਾਰਾ ਫੁੱਲ ਜਾਂਦਾ ਹੈ।
ਸੋ ਇਹ ਪ੍ਰਯੋਗ ਤੋਂ ਬੱਚੇ ਦੀ ਸਮਝ ਵਿੱਚ ਵਾਧਾ ਹੋਇਆ ਕਿ ਜਿਹੜੀ ਹਵਾ ਉਹ ਜਗ੍ਹਾ ਘੇਰਦੀ ਆ, ਜਿਹੜੇ ਪਦਾਰਥ ਹੁੰਦੇ ਆ ਉਹ ਜਗ੍ਹਾ ਘੇਰਦੇ ਆ। ਨੈਕਸਟ ਪੁਆਇੰਟ ਆ ਸਾਇੰਟੀਫਿਕ ਐਟੀਟਿਊਡ, ਵਿਗਿਆਨਿਕ ਵਤੀਰਾ। ਵਿਗਿਆਨਿਕ ਵਤੀਰੇ ਤੋਂ ਭਾਵ ਆ ਕਿਸੇ ਇਨਸਾਨ ਦੇ ਸੁਭਾਅ ਵਿੱਚ ਜਿਹੇ ਗੁਣ ਹੋਣਾ ਜੋ ਇੱਕ ਵਿਗਿਆਨੀ ਦੇ ਹੁੰਦੇ ਹਨ, ਜਿਵੇਂ ਇਮਾਨਦਾਰੀ, ਉਤਸੁਕਤਾ, ਸਬੂਤਾਂ ਨੂੰ ਮੰਨਣ ਵਾਲਾ, ਸੰਦੇਹਵਾਦ, ਉਦੇਸ਼ ਕੇਂਦਰਿਤ, ਲਚਕੀਲਾਪਨ ਆਦਿ। ਅਜਿਹੇ ਵਰਤਾਰੇ ਵਾਲਾ ਵਿਅਕਤੀ ਵਿਗਿਆਨੀਆਂ ਦੁਆਰਾ ਵਰਤੀਆਂ ਜਾਣ ਵਾਲੀਆਂ ਵਿਧੀਆਂ ਅਤੇ ਹੁਨਰਾਂ ਦੀ ਵਰਤੋਂ ਕਰਕੇ ਵਿਗਿਆਨਿਕ ਸੋਚ ਅਤੇ ਤਰਕ ਦੇ ਆਧਾਰ 'ਤੇ ਆਪਣੇ ਫੈਸਲੇ ਆਪ ਲੈ ਸਕਦਾ ਹੈ। ਆਪਾਂ ਕਈ ਵਾਰ ਵਿਗਿਆਨਿਕ ਵਤੀਰੇ ਨੂੰ ਅਤੇ ਵਿਗਿਆਨ ਪ੍ਰਤੀ ਵਤੀਰੇ ਨੂੰ ਕਨਫਿਊਜ਼ ਕਰ ਦਿੰਦੇ ਹਾਂ। ਇਹ ਦੋਨੇ ਅਲੱਗ-ਅਲੱਗ ਟਰਮਸ ਆ। ਵਿਗਿਆਨਿਕ ਵਤੀਰਾ ਹੁੰਦਾ ਕਿ ਕਿਸੇ ਵਿਅਕਤੀ ਦੇ ਸੁਭਾਅ ਅੰਦਰ ਵਿਗਿਆਨੀਆਂ ਦੇ ਗੁਣ ਪੈਦਾ ਹੋਣੇ, ਅਤੇ ਵਿਗਿਆਨ ਪ੍ਰਤੀ ਵਤੀਰਾ ਹੁੰਦਾ ਕਿ ਉਸ ਵਿਅਕਤੀ ਦਾ ਵਿਗਿਆਨ ਨੂੰ ਲੈ ਕੇ ਕੀ ਨਜ਼ਰੀਆ, ਉਹ ਵਿਗਿਆਨ ਨੂੰ ਪਸੰਦ ਕਰਦਾ ਜਾਂ ਨਹੀਂ ਪਸੰਦ ਕਰਦਾ। ਤਾਂ ਹੋ ਗਿਆ ਐਟੀਟਿਊਡ ਟੂਵਰਡ ਸਾਇੰਸ। ਅਸੀਂ ਆਪਦੇ ਜੇ ਆਲੇ ਦੁਆਲੇ ਝਾਕ ਮਾਰੀਏ, ਅਸੀਂ ਦਿਨ ਤੋਂ ਲੈ ਕੇ ਰਾਤ ਤੱਕ ਟੈਕਨੋਲੋਜੀ ਨਾਲ ਘਿਰੇ ਹੋਏ ਹਾਂ, ਜਿਵੇਂ ਮੋਬਾਈਲ, ਟੀਵੀ, ਮਾਈਕਰੋਫੋਨ, ਮੋਟਰਸਾਈਕਲ, ਕਾਰ। ਤਾਂ ਇਸ ਤੋਂ ਇਲਾਵਾ ਰੋਜ਼ਾਨਾ ਵਿੱਚ ਨਵੇਂ ਟੈਕਨੋਲੋਜੀ ਵਿੱਚ ਬਦਲਾਅ ਵੀ ਆਉਂਦੇ ਰਹਿੰਦੇ ਹਨ, ਤਾਂ ਸਾਡੀ ਰੋਜ਼ਾਨੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕਰਦੇ ਆ। ਵਿਦਿਆਰਥੀਆਂ ਨੂੰ ਇਹਨਾਂ ਟੈਕਨੋਲੋਜੀਆਂ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਵਿਗਿਆਨ ਪੜ੍ਹਨਾ ਬਹੁਤ ਜ਼ਰੂਰੀ ਹੈ। ਨੈਕਸਟ ਪੁਆਇੰਟ ਆ ਨੌਲੇਜ ਅਬਾਊਟ ਨੈਚੁਰਲ ਰਿਸੋਰਸਿਸ, ਕੁਦਰਤੀ ਸੋਮਿਆਂ ਬਾਰੇ ਗਿਆਨ। ਕੁਦਰਤੀ ਸਾਡੇ ਆਸ-ਪਾਸ ਦੇ ਸੂਰਜ, ਹਵਾ, ਕੋਲਾ, ਪੈਟਰੋਲੀਅਮ ਆਦਿ ਕੁਦਰਤੀ ਸੋਮਿਆਂ ਦੀ ਧਾਰਨਾ ਹਨ। ਕੁਦਰਤੀ ਸੋਮਿਆਂ, ਕੋਲਾ, ਪੈਟਰੋਲੀਅਮ, ਜਿਵੇਂ ਇਹਨਾਂ ਨੂੰ ਬਣਨ ਦੇ ਵਿੱਚ ਲੱਖਾਂ ਸਾਲ ਲੱਗ ਜਾਂਦੇ ਆ, ਸੋ ਇਹਨਾਂ ਸੋਮਿਆਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਪਾਣੀ ਆ, ਪਾਣੀ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਇੱਕ ਦਿਨ ਅਜਿਹਾ ਆਏਗਾ ਜਦੋਂ ਪਾਣੀ ਖਤਮ ਹੋ ਜਾਏਗਾ, ਸੋ ਇਹਨਾਂ ਦੀ ਸੰਭਾਲ ਅਤੇ ਜ਼ਰੂਰਤ ਦੇ ਤਰੀਕਿਆਂ ਬਾਰੇ ਜਾਣਕਾਰੀ ਵੀ ਵਿਗਿਆਨ ਵਿੱਚ ਹੀ ਮੌਜੂਦ ਹੁੰਦੀ ਹੈ। ਸੋ ਇਸ ਲਈ ਕੁਦਰਤੀ ਸੋਮਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਵਿਗਿਆਨ ਪੜ੍ਹਨਾ ਬਹੁਤ ਜ਼ਰੂਰੀ ਹੈ। ਨੈਕਸਟ ਪੁਆਇੰਟ ਵੱਲ ਆਪਾਂ ਹੁਣ ਮੂਵ ਕਰਾਂਗੇ। 9th ਪੁਆਇੰਟ ਡਿਵੈਲਪ ਮੋਰਲ ਵੈਲਿਊਜ਼, ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਰਨਾ। ਜਿਵੇਂ ਕੋਈ ਵਿਦਿਆਰਥੀ ਪ੍ਰਯੋਗਸ਼ਾਲਾ ਵਿੱਚ ਪ੍ਰਯੋਗ ਕਰਦੇ ਦੌਰਾਨ ਉਸ ਦੇ ਵਿੱਚ ਉਹ ਇੱਕ ਵਿਦਿਆਰਥੀ ਦੂਸਰੇ ਵਿਦਿਆਰਥੀ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਅਤੇ ਪ੍ਰਯੋਗ ਨੂੰ ਡਿਸਕਸ ਕਰਦਾ, ਤਾਂ ਉਸ ਦੇ ਅੰਦਰ ਸਮਾਜਿਕ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਪੈਦਾ ਹੁੰਦੀਆਂ, ਜਿਵੇਂ ਸਦਭਾਵਨਾ ਦੀ, ਜਿਵੇਂ ਕੋਆਪਰੇਸ਼ਨ, ਬ੍ਰਦਰਹੁੱਡ, ਓਨੈਸਟੀ ਦਾ ਮੀਨਿੰਗ ਉਹ ਜਿਵੇਂ ਪ੍ਰਯੋਗ ਕਰਦਾ, ਜਿਹੜੇ ਉਹਦੇ ਨਤੀਜੇ ਆਏ ਆ ਉਹੀ ਨਤੀਜੇ ਪੇਸ਼ ਕਰੇ, ਉਹਦੇ ਵਿੱਚ ਆਪਦੇ ਕੋਲੋਂ ਹੇਰਾਫੇਰੀ ਨਾ ਕਰੇ। ਸੋ ਓਨੈਸਟੀ ਹੋ ਗਈ, ਕੋਆਪਰੇਸ਼ਨ ਹੋ ਗਈ, ਇਹ ਸਾਰੀਆਂ ਜਿਹੜੀਆਂ ਵੀ ਨੈਤਿਕ ਕਦਰਾਂ ਕੀਮਤਾਂ ਉਹ ਸਾਰੀਆਂ ਪੈਦਾ ਕਰਨ ਦੇ ਵਿੱਚ ਸਾਇੰਸ ਜਿਹੜੀ ਹੈ ਅਹਿਮ ਰੋਲ ਅਦਾ ਕਰਦੀ ਹੈ। ਨੈਕਸਟ ਡਿਵੈਲਪ ਪ੍ਰੈਕਟੀਕਲ ਸਕਿੱਲਸ। ਜਦੋਂ ਕੋਈ ਵੀ ਵਿਦਿਆਰਥੀ ਪ੍ਰਯੋਗਸ਼ਾਲਾ ਵਿੱਚ ਜਾ ਕੇ ਪ੍ਰਯੋਗ ਕਰਦੇ ਆ ਤਾਂ ਉਹਨਾਂ ਵਿੱਚ ਬਹੁਤ ਸਾਰੀਆਂ ਪ੍ਰੈਕਟੀਕਲ ਸਕਿੱਲਸ ਪੈਦਾ ਹੁੰਦੀਆਂ, ਜਿਵੇਂ ਓਬਜ਼ਰਵੇਸ਼ਨ ਸਕਿੱਲਸ ਦਾ ਨਿਰੀਖਣ ਕਰਨਾ, ਉਸ ਤੋਂ ਬਾਅਦ ਡਾਟਾ ਨੂੰ ਰਿਕਾਰਡ ਕਰਨਾ, ਟੈਸਟ ਕਰਨਾ, ਉਸ ਤੋਂ ਬਾਅਦ ਆਪਣੇ ਵਿਚਾਰ ਜਿਹੜੇ ਆ ਵਿਆਖਿਆ ਕਰਨੀ, ਉਸ ਪ੍ਰਯੋਗ ਦੇ ਹੋਣ ਦਾ ਕਾਰਨ ਜਿਹੜਾ ਆਪਣੇ ਸ਼ਬਦਾਂ ਵਿੱਚ ਬਿਆਨ ਕਰਨਾ, ਵਿਆਖਿਆ ਕਰਨੀ, ਐਕਸਪਲੇਨੇਸ਼ਨ ਸਕਿੱਲਸ। ਤਾਂ ਆਪਰੇਟਸ ਨੂੰ ਜਿਹੜੇ ਉਪਕਰਨ ਹੋਣਗੇ ਲੈਬੋਰਟਰੀ ਦੇ ਵਿੱਚ, ਸਾਇੰਸ ਲੈਬੋਰਟਰੀ ਦੇ ਵਿੱਚ ਜਿਹੜੇ ਉਪਕਰਨ ਹੋਣਗੇ ਉਹਨਾਂ ਨੂੰ ਕਿਵੇਂ ਹੈਂਡਲ ਕਰਨਾ, ਹਰੇਕ ਆਪਰੇਟਸ ਨੂੰ ਕਿਵੇਂ ਅਲੱਗ-ਅਲੱਗ ਤਰੀਕਿਆਂ ਨਾਲ ਹੈਂਡਲ ਕਰਨਾ, ਕਿਹੜੇ ਪ੍ਰੀਕੋਸ਼ਨਸ ਵਰਤਣੇ ਆ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੈਕਟੀਕਲ ਸਕਿੱਲਸ ਆ ਇਹ ਵਿਦਿਆਰਥੀ ਦੇ ਵਿੱਚ ਤਾਂ ਹੀ ਪੈਦਾ ਹੋਣਗੀਆਂ ਜੇ ਅਸੀਂ ਉਹਨੂੰ ਪ੍ਰਯੋਗਸ਼ਾਲਾ ਦੇ ਵਿੱਚ ਲਿਜਾ ਕੇ ਸਾਇੰਸ ਨੂੰ ਇੱਕ ਵੱਖਰੇ ਤਰੀਕੇ ਨਾਲ ਪੜ੍ਹਾਵਾਂਗੇ। ਸੋ ਨੈਕਸਟ ਪੁਆਇੰਟ ਆ ਡਿਵੈਲਪ ਡਿਸਿਪਲਨ। ਡਿਸਿਪਲਨ ਹੁੰਦਾ ਆਪਣੇ ਆਪ ਨੂੰ, ਜਿਵੇਂ ਇੱਕ ਜਿਹੜੀ ਵਿਗਿਆਨ ਆ ਉਹ ਇੱਕ ਔਰਗੇਨਾਈਜ਼ਡ ਪ੍ਰਕਿਰਿਆ, ਔਰਗੇਨਾਈਜ਼ਡ ਪ੍ਰੋਸੈਸ ਆ, ਉਹਦੇ ਵਿੱਚ ਇੱਕ ਸਟੈਪ ਬਾਏ ਸਟੈਪ ਚੱਲ ਕੇ ਜਿਹੜਾ ਵਿਗਿਆਨੀ ਕਿਸੇ ਵੀ ਥਿਊਰੀ ਦੀ ਖੋਜ ਕਰਦਾ, ਤਾਂ ਉੱਦਾਂ ਹੀ ਜਿਹੜਾ ਵਿਦਿਆਰਥੀ ਆ ਵਿਗਿਆਨ ਨੂੰ ਪੜ੍ਹ ਕੇ ਆਪਦੇ ਜੀਵਨ ਨੂੰ ਵੀ ਔਰਗੇਨਾਈਜ਼ ਕਰੂਗਾ। ਜਿਹੜੀ ਉਹਦੀ ਲਾਈਫ ਆ ਉਹ ਔਰਗੇਨਾਈਜ਼ਡ ਵੇ ਨਾਲ ਚੱਲੂਗਾ, ਤਾਂ ਉਹਦੇ ਅੰਦਰ ਸੈਲਫ ਡਿਸਿਪਲਨ ਦੀ ਭਾਵਨਾ ਪੈਦਾ ਹੋਏਗੀ, ਉਹ ਆਪਦੇ ਆਪ ਨੂੰ ਡਿਸਿਪਲਨ ਰੱਖੇਗਾ, ਤਾਂ ਇੱਕ ਔਰਗੇਨਾਈਜ਼ ਤਰੀਕੇ ਨਾਲ ਸਾਰਾ ਜਿਹੜਾ ਜੀਵਨ ਆ ਉਹ ਬਤੀਤ ਕਰੇਗਾ। ਸੋ 12th ਪੁਆਇੰਟ ਹੈ ਡਿਵੈਲਪ ਕੋਆਪਰੇਸ਼ਨ। ਕੋਆਪਰੇਸ਼ਨ ਹੁੰਦੀ ਹੈ ਮਿਲ ਵਰਤਨ ਦੀ ਭਾਵਨਾ।
ਸੋ ਜਿਹੜੀ ਸਾਇੰਸ ਪੜ੍ਹਨ ਦੇ ਨਾਲ ਜਿਵੇਂ ਲੈਬੋਰਟਰੀ ਦੇ ਵਿੱਚ ਵਿਦਿਆਰਥੀ ਕੰਮ ਕਰਦੇ ਆ ਤਾਂ ਇੱਕ ਦੂਸਰੇ ਨਾਲ ਜਿਹੜੀ ਮਿਲਵਰਤਨ ਦੀ ਭਾਵਨਾ ਉਹਨਾਂ ਅੰਦਰ ਪੈਦਾ ਹੁੰਦੀ ਆ। 13 ਪੁਆਇੰਟ ਆ ਡਿਵੈਲਪ ਦਾ ਕੁਆਲਿਟੀਜ਼ ਆਫ ਗੁੱਡ ਅਬਜ਼ਰਵਰ। ਜਿਵੇਂ ਵਿਦਿਆਰਥੀ ਪ੍ਰਯੋਗਸ਼ਾਲਾ ਦੇ ਵਿੱਚ ਪ੍ਰਯੋਗ ਕਰਦੇ ਆ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਉਹ ਪਹਿਲਾਂ ਘਟਨਾ ਨੂੰ ਦੇਖਦੇ ਆ, ਓਬਜ਼ਰਵ ਕਰਦੇ ਆ, ਤਾਂ ਉਹ ਇੱਕ ਚੰਗੇ ਓਬਜ਼ਰਵਰ ਦੇ ਜਿਹੜੇ ਗੁਣ ਆ ਬੱਚੇ ਵਿੱਚ ਪੈਦਾ ਹੁੰਦੇ ਆ। 4th ਪੁਆਇੰਟ ਆ ਸਬਜੈਕਟ ਫॉर ਯੂਜ਼। ਜਿਹੜਾ ਸਾਇੰਸ ਵਿਸ਼ਾ ਉਹ ਬਹੁਤ ਹੀ ਵਰਤੋਂ ਦਾ ਵਿਸ਼ਾ, ਜਿਵੇਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਇੰਸ ਦੇ ਗਿਆਨ ਦੀ ਵਰਤੋਂ ਕਰਦੇ ਹਾਂ, ਜਿਵੇਂ ਟੀਵੀ, ਫ੍ਰਿਜ, ਰੈਫ੍ਰਿਜਰੇਟਰ, ਏਸੀ, ਤਾਂ ਇਹ ਸਾਇੰਸ ਦੀ ਇੱਕ ਵਰਤੋਂ ਦਾ ਵਿਸ਼ਾ। ਡਿਵੈਲਪ ਕਿਉਰਿਓਸਿਟੀ। ਜਿਹੜਾ ਵਿਗਿਆਨ ਵਿਸ਼ਾ ਵਿਦਿਆਰਥੀਆਂ ਅੰਦਰ ਉਤੇਜਨਾ ਦੀ ਭਾਵਨਾ ਨੂੰ ਪੈਦਾ ਕਰਦਾ ਹੈ ਅਤੇ ਇਸ ਨੂੰ ਉਤੇਜਨਾ ਨੂੰ ਸੈਟਿਸਫਾਈ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਸੋ ਜਿਹੜੀਆਂ ਵੀ ਵਿਦਿਆਰਥੀ ਦੀਆਂ ਪ੍ਰਸ਼ਨ ਹੁੰਦੇ ਆ ਉਹਨਾਂ ਨੂੰ ਹੱਲ ਕਰਕੇ ਜਾਂ ਉਹਨਾਂ ਦੇ ਜਵਾਬ ਦੇ ਕੇ ਬੱਚਿਆਂ ਦੀ ਉਤੇਜਨਾ ਨੂੰ ਖਤਮ ਕਰਦਾ। 16 ਪੁਆਇੰਟ ਡਿਵੈਲਪ ਕ੍ਰੀਏਟੀਵਿਟੀ। ਬੱਚਿਆਂ ਅੰਦਰ ਕ੍ਰੀਏਟੀਵਿਟੀ ਹੋਣਾ ਬਹੁਤ ਜ਼ਰੂਰੀ ਆ। ਕੋਈ ਵੀ ਬੱਚਾ ਅੱਗੇ ਜਾ ਕੇ ਸਾਇੰਟਿਸਟ ਬਣ ਸਕਦਾ, ਕੋਈ ਵੀ ਅੱਗੇ ਜਾ ਕੇ ਇੰਜੀਨੀਅਰ ਬਣ ਸਕਦਾ। ਸੋ ਬੱਚਿਆਂ ਅੰਦਰ ਕ੍ਰੀਏਟੀਵਿਟੀ ਪੈਦਾ ਕਰਨ ਲਈ ਵਿਗਿਆਨ ਵਿਸ਼ੇ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਆ। ਪ੍ਰਯੋਗ ਦੀ ਸਹਾਇਤਾ ਨਾਲ ਅਸੀਂ ਜੇ ਵਿਗਿਆਨ ਪੜ੍ਹਾਵਾਂਗੇ ਤਾਂ ਬੱਚਿਆਂ ਅੰਦਰ ਕ੍ਰੀਏਟੀਵਿਟੀ ਹੋਏਗੀ। ਉਹ ਇੱਕ ਐਕਸਪੈਰੀਮੈਂਟ ਨੂੰ ਇੱਕ ਵੱਖਰੇ ਤਰੀਕੇ ਨਾਲ ਕਰ ਸਕਣਗੇ, ਪ੍ਰਯੋਗ ਨੂੰ ਵੱਖਰੇ ਤਰੀਕੇ ਨਾਲ ਕਰ ਸਕਣਗੇ ਅਤੇ ਆਪਦੀਆਂ ਫਾਈਂਡਿੰਗਸ ਦੱਸ ਸਕਣਗੇ। ਤਾਂ ਆਪਦੀਆਂ ਫਾਈਂਡਿੰਗਸ ਤੋਂ ਇੱਕ ਵੱਖਰੀ ਥਿਊਰੀ ਬਣਾਉਣਗੇ। ਤਾਂ ਇਸ ਕਰਕੇ ਬੱਚਿਆਂ ਅੰਦਰ ਕ੍ਰੀਏਟੀਵਿਟੀ ਹੋਣੀ ਪੈਦਾ ਕਰਨ ਲਈ, ਇਸ ਕਰਕੇ ਬੱਚਿਆਂ ਵਿੱਚ ਕ੍ਰੀਏਟੀਵਿਟੀ ਪੈਦਾ ਕਰਨ ਲਈ ਉਹਨਾਂ ਨੂੰ ਵਿਗਿਆਨ ਦਾ ਵਿਸ਼ਾ ਪੜ੍ਹਾਉਣਾ ਜ਼ਰੂਰੀ ਹੈ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।